ਹਾਂਜੀ ਬੇਟਾ, 8ਵੀਂ ਕਲਾਸ ਦੇ ਜਿਹੜੇ ਪੱਕੇ ਪੇਪਰ ਨੇ ਉਹ ਬਿਲਕੁਲ ਸਾਡੇ ਨੇੜੇ ਆ ਚੁੱਕੇ ਹਨ। ਉਮੀਦ ਕਰਦੇ ਹਾਂ ਤੁਹਾਡੇ ਪੇਪਰ ਬਹੁਤ ਹੀ ਵਧੀਆ ਹੋਣਗੇ। ਅਸੀਂ ਪੱਕੇ ਪੇਪਰਾਂ ਦੇ ਲਈ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਸੋਸ਼ਲ ਸਾਇੰਸ ਦਾ ਸਿੰਪਲੀਫਾਈਡ ਮਟੀਰੀਅਲ 2023-24। ਲਗਭਗ ਸਾਰਾ ਪੇਪਰ ਇਸ ਮਟੀਰੀਅਲ ਵਿੱਚ ਆਉਣ ਦੀ ਪੂਰੀ ਸੰਭਾਵਨਾ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਮਟੀਰੀਅਲ ਕਰਾਉਣ ਜਾ ਰਹੇ ਹਾਂ। ਸੋ ਬੇਟਾ, ਸਾਡੇ ਚੈਨਲ ਤੋਂ ਤਿਆਰੀ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਧਿਆਨ ਨਾਲ ਸਾਰਾ ਮਟੀਰੀਅਲ ਸੁਣੋਗੇ, ਸਮਝੋਗੇ, ਯਾਦ ਕਰੋਗੇ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਨ ਲੱਗੇ ਹਾਂ ਅੱਜ ਦਾ ਸਾਡਾ ਫਸਟ ਕੁਐਸਚਨ। ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪਾਣੀ ਹੈ? ਇਸ ਦਾ ਸਹੀ ਆਨਸਰ ਹੈ ਜੀ 71%। ਨੈਕਸਟ ਹੈ, ਬਾਕੀ ਸਾਧਨਾਂ ਦੇ ਵਿਕਾਸ ਲਈ ਕਿਹੜਾ ਸਾਧਨ ਪੂਰੀ ਤਰ੍ਹਾਂ ਵਿਕਸਿਤ ਹੋਣਾ ਚਾਹੀਦਾ ਹੈ? ਮਨੁੱਖੀ ਵਿਕਾਸ। ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਸਮੁੰਦਰ ਤੋਂ ਉਤਪੰਨ ਹੋਏ ਹਨ? ਯਾਦ ਰੱਖਣਾ ਬੇਟਾ 75%। ਨੈਕਸਟ ਕੁਐਸਚਨ ਹੈ, ਸੰਸਾਰ ਦੇ ਕਿੰਨੇ ਪ੍ਰਤੀਸ਼ਤ ਭੋਜਨ ਪਦਾਰਥ ਜੀਵ ਸਾਧਨਾਂ ਤੇ ਨਿਰਭਰ ਕਰਦੇ ਹਨ? ਇਹਦਾ ਸਹੀ ਆਨਸਰ ਹੈ ਜੀ 85%। ਲੋਹਾ, ਤਾਂਬਾ, ਚਾਂਦੀ, ਸੋਨਾ ਆਦਿ ਕਿਹੜੇ ਖਣਿਜ ਪਦਾਰਥ ਹਨ? ਧਾਤੂ ਖਣਿਜ ਪਦਾਰਥ। ਹਾਂਜੀ, ਨੈਕਸਟ ਕੁਐਸਚਨ ਹੈ, ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਕੀ ਅਖਵਾਉਂਦੇ ਹਨ? ਸੰਭਾਵਿਤ ਸਾਧਨ। ਨੈਕਸਟ ਹੈ, ਪੈਟਰੋਲੀਅਮ, ਅਬਰਕ, ਕੋਲਾ, ਮੈਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? ਅਧਾਤੂ। ਹਾਂਜੀ, 8ਵਾਂ ਕੁਐਸਚਨ ਹੈ ਸਾਡਾ, ਹੇਠ ਲਿਖਿਆਂ ਵਿੱਚੋਂ ਕਿਹੜਾ ਸਾਧਨ ਨਿਰਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ? ਨਿਰਜੀਵ ਖਣਿਜ ਪਦਾਰਥ। ਨੈਕਸਟ ਹੈ ਜੀ, ਹੇਠ ਲਿਖੇ ਵਿੱਚੋਂ ਕਿਹੜੇ ਸਾਧਨ ਨੂੰ ਕੁਦਰਤੀ ਸਾਧਨਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ? ਮਸ਼ੀਨਰੀ। ਨੈਕਸਟ ਹੈ ਜੀ, ਭਾਰਤ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਜੰਗਲ ਹੇਠ ਹੈ? ਵੈਰੀ ਇੰਪੋਰਟੈਂਟ ਕੁਐਸਚਨ। 22.2%। ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਗਈ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ? ਇਸ ਦਾ ਸਹੀ ਆਨਸਰ ਹੈ ਜਲੋੜ ਮਿੱਟੀ। ਨਕਸ਼ੇ ਦੇ ਵਿੱਚ ਵੀ ਇੱਕ ਜਿਹੜਾ ਸਾਡਾ ਨਕਸ਼ਾ 1 ਜਾਂ 2 ਨੰਬਰ ਦਾ ਮਿੱਟੀਆਂ ਤੇ ਜ਼ਰੂਰ ਆਵੇਗਾ, ਜਿਵੇਂ ਕਾਲੀ ਮਿੱਟੀ ਵਾਲਾ ਕੋਈ ਇੱਕ ਖੇਤਰ ਦਰਸਾਓ, ਮਾਰਥਲੀ ਮਿੱਟੀ ਵਾਲਾ। ਸੋ ਇਹ ਸਾਰੇ ਬੇਟਾ 2-2 3 ਜਿਹੜੇ ਰਾਜ ਨੇ ਤੁਸੀਂ ਜਲੋੜ ਮਿੱਟੀ ਵਾਲੇ, ਮਾਰਥਲੀ ਮਿੱਟੀ ਵਾਲੇ, ਇਹ ਤੁਸੀਂ ਯਾਦ ਰੱਖਣੇ ਨੇ। ਨੈਕਸਟ ਹੈ, ਕਿਹੜੀ ਮਿੱਟੀ ਕਪਾਹ ਦੀ ਫਸਲ ਲਈ ਢੁਕਵੀਂ ਹੁੰਦੀ ਹੈ? ਕਾਲੀ ਮਿੱਟੀ। ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਮਾਦੇ ਦੀ ਘਾਟ ਕਿਸ ਮਿੱਟੀ ਵਿੱਚ ਹੁੰਦੀ ਹੈ? ਲਾਲ ਮਿੱਟੀ ਵਿੱਚ। ਸਾਡੀ ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਭੂਮੀ ਹੈ? ਜੈਨੂਇਨ ਜੀ ਗੱਲ, ਅਸੀਂ ਫਸਟ ਨੰਬਰ ਤੇ ਕੀਤਾ ਸੀ ਇਹ ਕੁਐਸਚਨ। 29%, 71% ਪਾਣੀ ਹੈ, 29% ਧਰਤੀ ਹੈ ਬੇਟਾ। ਕਾਲੀ ਮਿੱਟੀ ਦੇਸ਼ ਦੀ ਕੁੱਲ ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ? 16.6। ਜਲੋੜ ਮਿੱਟੀ ਭਾਰਤ ਦੇ ਲਗਭਗ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ? 45%। ਜੰਗਲੀ ਜੀਵਾਂ ਲਈ ਭਾਰਤੀ ਬੋਰਡ, ਇੰਡੀਅਨ ਬੋਰਡ ਫੋਰ ਵਾਈਲਡ ਲਾਈਫ ਦੀ ਸਥਾਪਨਾ ਕਦੋਂ ਕੀਤੀ ਗਈ? 1952। ਲੋਹੇ ਤੋਂ ਸਟੀਲ ਬਣਾਉਣ ਲਈ ਕਿਹੜਾ ਖਣਿਜ ਪਦਾਰਥ ਕੰਮ ਆਉਂਦਾ ਹੈ? ਮੈਗਨੀਜ਼। ਹਾਂਜੀ ਬੇਟਾ, ਇਸ ਵੀਡੀਓ ਨੂੰ ਵਾਰ-ਵਾਰ ਸੁਣਨਾ, ਮੋਸਟ ਇੰਪੋਰਟੈਂਟ ਕੁਐਸਚਨ ਨੇ ਇਹ, ਯਾਦ ਰੱਖਣੇ ਆ ਤੁਸੀਂ ਨੇ। ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? USA। ਸੰਸਾਰ ਦੀ ਗੱਲ ਹੋ ਰਹੀ ਹੈ ਇਹ। ਕਿਹੜੇ ਖਣਿਜ ਦੀ ਵਰਤੋਂ ਕੰਡੈਂਸਰ, ਇਨਸੂਲੇਟਰ, ਬਿਜਲੀ ਦੀਆਂ ਪ੍ਰੈਸਾਂ ਵਿੱਚ ਕੁ ਚਾਲਕ ਵਜੋਂ ਕੀਤੀ ਜਾਂਦੀ ਹੈ? ਅਬਰਕ। ਕੋਲੇ ਦੀ ਸਭ ਤੋਂ ਵਧੀਆ ਕਿਸਮ ਐਥਰੇਸਾਈਟ। ਨਾਲ ਹੀ ਤੁਹਾਨੂੰ ਘਟੀਆ ਵੀ ਦੱਸ ਦਿੰਦੇ ਆ, ਕਈ ਵਾਰੀ ਘਟੀਆ ਕਿਸਮ ਵੀ ਪੁੱਛ ਲੈਂਦੇ ਨੇ, ਪੀਟ। ਐਥਰੇਸਾਈਟ ਬੈਸਟ, ਸਭ ਤੋਂ ਉੱਤਮ ਮੰਨੀ ਗਈ ਹੈ, ਤੇ ਸਭ ਤੋਂ ਘਟੀਆ ਪੀਟ ਹੁੰਦੀ ਹੈ। ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰਦਾ ਹੈ? 1%, ਯਾਨੀ ਕਿ ਪਾਣੀ ਤੋਂ ਬਿਜਲੀ 1% ਅਸੀਂ ਪੈਦਾ ਕਰਦੇ ਹਾਂ। ਇਹਨਾਂ ਵਿੱਚੋਂ ਕਿਹੜਾ ਪਰਮਾਣੂ ਖਣਿਜ ਪਦਾਰਥ ਨਹੀਂ ਹੈ? ਮੈਗਨੀਜ਼। ਭਾਰਤ ਦਾ ਕਿਹੜਾ ਰਾਜ
ਕੌਣ ਬਿਜਲੀ ਤਿਆਰ ਨਹੀਂ ਕਰਦਾ? ਗੋਆ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਨੈਕਸਟ ਹੈ ਊਰਜਾ ਦੇ ਨਵੇਂ ਸ਼ਕਤੀ ਸਾਧਨਾਂ ਵਿੱਚ ਸ਼ਾਮਿਲ ਹੈ। ਪੌਣ ਸ਼ਕਤੀ। ਕੱਚਾ ਲੋਹਾ ਹੇਠ ਲਿਖੇ ਰਾਜਾਂ ਵਿੱਚ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਮਿਲਦਾ ਹੈ? ਬਿਹਾਰ। ਕੱਚਾ ਲੋਹਾ ਬਿਹਾਰ ਵਿੱਚ ਸਭ ਤੋਂ ਵੱਧ ਮਿਲਦਾ ਹੈ। ਭਾਰਤ ਵਿੱਚ ਸਭ ਤੋਂ ਜ਼ਿਆਦਾ ਪਟਸਨ ਪੈਦਾ ਕਰਨ ਵਾਲਾ ਰਾਜ ਕਿਹੜਾ ਹੈ? ਪੱਛਮੀ ਬੰਗਾਲ। ਨੈਕਸਟ ਹੈ ਸੰਸਾਰ ਦਾ ਸਭ ਤੋਂ ਜ਼ਿਆਦਾ ਚਾਹ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਚੀਨ। ਚ ਤੇ ਯਾਦ ਰੱਖਣਾ ਜੇ ਵਰਲਡ ਲੈਵਲ ਦੀ ਗੱਲ ਹੋ ਰਹੀ ਹੈ, ਚ ਤੇ ਚੀਨ, ਚ ਤੇ ਚਾਹ। ਅਮਰੀਕਾ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀਬਾੜੀ ਦੇ ਕੰਮ ਵਿੱਚ ਲੱਗੇ ਹੋਏ ਹਨ? 3% ਲੋਕ। ਮੱਕੀ ਤੋਂ ਕੀ ਤਿਆਰ ਕੀਤਾ ਜਾਂਦਾ ਹੈ? ਗਲੂਕੋਜ਼, ਸਟਾਰਚ, ਅਲਕੋਹਲ, ਉਪਰੋਕਤ ਸਾਰੇ। ਪੰਜਾਬ ਵਿੱਚ ਕਿਸ ਕਿਸਮ ਦੀ ਖੇਤੀ ਸਭ ਤੋਂ ਵੱਧ ਕੀਤੀ ਜਾਂਦੀ ਹੈ? ਸੰਘਣੀ ਖੇਤੀ। ਨੈਕਸਟ ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਦੀ ਕਿਹੜੀ ਕਿਸਮ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ? ਲੰਬੇ ਰੇਸ਼ੇ ਵਾਲੀ। ਭਾਰਤੀ ਰਿਜ਼ਰਵ ਬੈਂਕ ਐਕਟ 1934 ਦੇ ਦੂਜੀ ਅਨੁਸੂਚੀ ਵਿੱਚ ਸ਼ਾਮਲ ਬੈਂਕਾਂ ਨੂੰ ਕਿਹਾ ਜਾਂਦਾ ਹੈ? ਅਨੁਸੂਚਿਤ ਬੈਂਕ। ਡੈਸ਼ ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ? ਖੇਤਰੀ ਪੇਂਡੂ ਬੈਂਕ। ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਹੁੰਦਾ ਹੈ? ਜਨਤਕ ਖੇਤਰ ਦੀ। ਠੀਕ ਹੈ ਜੀ, ਜਿਹੜੇ ਜਨਤਕ ਖੇਤਰ ਦੇ ਬੈਂਕ ਹੁੰਦੇ ਨੇ ਉਹਨਾਂ ਦੀ ਮਲਕੀਅਤ ਤੇ ਕੰਟਰੋਲ ਸਰਕਾਰ ਦੇ ਹੱਥ ਹੁੰਦੀ ਹੈ। ਡੈਸ਼ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਬੈਂਕ ਦੇ ਖਾਤੇ ਵਿੱਚ ਭੁਗਤਾਨ ਦਾ ਆਦੇਸ਼ ਦਿੰਦਾ ਹੈ? ਚੈੱਕ। ਡੈਸ਼ ਚੈੱਕ ਨੂੰ ਫੰਡ ਵਾਲੇ ਖਾਤੇ ਤੱਕ ਭੇਜਣ ਵਿੱਚ ਮਦਦ ਕਰਦਾ ਹੈ? ਇਹ ਸਾਡਾ ਪ੍ਰੀ ਬੋਰਡ ਦੇ ਵਿੱਚ ਵੀ ਆਇਆ ਸੀ ਕੁਐਸਚਨ, ਸੋ ਇਸ ਵਾਰ ਵੀ ਧਿਆਨ ਨਾਲ ਕਰਾਂਗੇ। MICR ਕੋਡ 11 ਅੱਖਰਾਂ ਦਾ ਇੱਕ ਕੋਡ ਹੁੰਦਾ ਹੈ ਜੋ ਉਸ ਬੈਂਕ ਅਤੇ ਉਸਦੀ ਸ਼ਾਖਾ ਦੀ ਪਛਾਣ ਕਰਵਾਉਂਦਾ ਹੈ ਜਿਸ ਵਿੱਚ ਖਾਤਾ, ਉਸਨੂੰ ਕੀ ਕਹਿੰਦੇ ਆਪਾਂ? IFSC ਕੋਡ। ਠੀਕ ਹੈ ਜੀ, ਕਿੰਨੇ ਅੱਖਰਾਂ ਦਾ ਹੁੰਦਾ ਇਹ ਵੀ ਪੁੱਛ ਲੈਂਦੇ ਨੇ? 11 ਅੱਖਰਾਂ। ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਕਿਹੜੀ ਬੈਂਕ ਹੈ, ਕਿੱਥੇ ਉਹਦੀ ਸ਼ਾਖਾ ਹੈ, ਇਸ ਤੋਂ ਪਤਾ ਲੱਗਦਾ ਹੈ। ਭੂਚਾਲ ਆਉਣ ਕਾਰਨ ਕਿੰਨਾ ਨੁਕਸਾਨ ਹੋਇਆ ਹੈ? ਇਸਦੇ ਮਾਪਣ ਵਾਲੇ ਪੈਮਾਨੇ ਨੂੰ ਕੀ ਕਹਿੰਦੇ ਹਨ? ਮਰਕਾਲੀ। ਹਾਂਜੀ, ਨਾਲ ਹੀ ਪਿਆ ਕੁਐਸਚਨ, ਤੁਹਾਨੂੰ ਕਰਵਾਉਣ ਹੀ ਵਾਲੀ ਸੀ ਮੈਂ। ਮਰਕਾਲੀ ਤੇ ਰਿਕਟਰ ਦੋਏ ਭੂਚਾਲ ਨਾਲ ਸੰਬੰਧਿਤ ਪੈਮਾਨੇ ਨੇ, ਪਰ ਜੇ ਨੁਕਸਾਨ ਦੇਖਣਾ ਹੋਵੇ ਵੀ ਭੂਚਾਲ ਨਾਲ ਨੁਕਸਾਨ ਕਿੰਨਾ ਹੋਇਆ ਤਾਂ ਅਸੀਂ ਮਰਕਾਲੀ ਪੈਮਾਨੇ ਨਾਲ ਦੇਖਾਂਗੇ। ਜੇ ਤੀਬਰਤਾ ਦੇਖਣੀ ਹੋਵੇ ਕਿ ਭੂਚਾਲ ਕਿੰਨੀ ਤੇਜ਼ੀ ਦੇ ਨਾਲ ਆਇਆ, ਠੀਕ ਹੈ, ਤਾਂ ਅਸੀਂ ਕਿਹੜੇ ਪੈਮਾਨੇ ਨਾਲ ਦੇਖਾਂਗੇ? ਰਿਕਟਰ ਨਾਲ। ਹੜ੍ਹ ਦੇ ਆਉਣ ਦੇ ਕਿਹੜੇ ਕਿਹੜੇ ਕਾਰਨ ਹਨ? ਜ਼ਿਆਦਾ ਵਰਖਾ, ਬੱਦਲਾਂ ਦਾ ਫਟਣਾ, ਬੰਨਾਂ ਦਾ ਟੁੱਟ ਜਾਣਾ, ਉਪਰੋਕਤ ਸਾਰੇ। ਇਹ ਵੀ ਕੁਐਸਚਨ ਜਿਹੜਾ ਹੈਗਾ ਸੀ ਪ੍ਰੀ ਬੋਰਡ ਦੇ ਵਿੱਚ ਆਇਆ ਸੀ ਬੇਟਾ। ਓਸ਼ਨ ਚੱਕਰਵਾਤਾਂ ਦੀ ਗਤੀ ਆਮ ਤੌਰ ਤੇ ਕਦੋਂ ਆਫਤ ਬਣ ਜਾਂਦੀ ਹੈ? 100 ਕਿਲੋਮੀਟਰ ਪ੍ਰਤੀ ਘੰਟਾ। ਜਦੋਂ ਇੱਕ ਬਿਮਾਰੀ ਫੈਲਣ ਨਾਲ ਵੱਡੇ ਪੱਧਰ ਤੇ ਲੋਕਾਂ ਉੱਤੇ ਮਾਰੂ ਹਮਲਾ ਕਰ ਦੇਵੇ ਤਾਂ ਇਸ ਨੂੰ ਕੀ ਕਹਿੰਦੇ ਹਾਂ? ਮਹਾਮਾਰੀ। ਜਦੋਂ ਬਿਮਾਰੀ ਜਿਵੇਂ ਹੁਣ ਕਰੋਨਾ ਫੈਲਿਆ ਸੀ ਆਪਣੀ, ਤਾਂ ਉਸਨੂੰ ਅਸੀਂ ਮਹਾਮਾਰੀ ਕਹਿ ਸਕਦੇ ਹਾਂ। ਇੱਕ ਵੱਡੇ ਪੱਧਰ ਤੇ ਫੈਲ ਜੇ, ਲੋਕਾਂ ਤੇ ਮਾਰੂ ਹਮਲਾ ਕਰੇ, ਉਸਨੂੰ ਅਸੀਂ ਮਹਾਮਾਰੀ ਕਹਾਂਗੇ। ਲਾਵੇ ਦੀ ਧਰਤੀ ਉੱਪਰ ਬਾਹਰ ਆਉਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਜਵਾਲਾਮੁਖੀ। ਜਵਾਲਾਮੁਖੀ ਕਿਹਾ ਜਾਂਦਾ ਹੈ। ਚੱਕਰਵਾਤ ਨੂੰ ਭਾਰਤ ਵਿੱਚ ਕੀ ਕਿਹਾ ਜਾਂਦਾ ਹੈ? ਝੱਖੜ, ਤੂਫਾਨ, ਵਾਵਰੋਲਾ, ਉਪਰੋਕਤ ਸਾਰੇ। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? 18ਵੀਂ ਸਦੀ ਵਿੱਚ ਹੋਇਆ। ਯੂਰਪ ਵਿੱਚ ਆਧੁਨਿਕ ਕਾਲ ਦਾ ਨਾਮ 16ਵੀਂ ਸਦੀ ਚ ਹੋਇਆ ਹੈ। ਯਾਦ ਰੱਖਾਂਗੇ, ਕਨਫਿਊਜ਼ ਨਹੀਂ ਹੋਣਾ। ਯੂਰਪ 16ਵੀਂ ਸਦੀ, ਭਾਰਤ 18ਵੀਂ ਸਦੀ। ਆਧੁਨਿਕ ਕਾਲ 16ਵੀਂ ਸਦੀ ਦੌਰਾਨ ਕਿਹੜੇ ਮੁਗਲ ਬਾਦਸ਼ਾਹ ਨੇ ਭਾਰਤ ਤੇ ਰਾਜ ਕੀਤਾ? ਹਾਂਜੀ, ਬਾਬਰ, ਹਮਾਊਂ, ਅਕਬਰ, ਉਪਰੋਕਤ ਸਾਰਿਆਂ ਨੇ ਕੀਤਾ ਸੀ। ਇਬਰਾਹਿਮ ਲੋਧੀ ਨੂੰ ਹਰਾ ਕੇ ਲੋਧੀ ਵੰਸ਼ ਨੂੰ ਖਤਮ ਕੀਤਾ ਸੀ ਬਾਬਰ ਨੇ 1526 ਚ ਪਾਣੀਪਤ ਦੀ ਪਹਿਲੀ ਲੜਾਈ ਚ, ਯਾਦ ਰੱਖਾਂਗੇ ਅਸੀਂ। ਕਿਸ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ 3000 ਸਾਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਕਰ ਦਿੱਤੇ ਵਪਾਰ ਕਰਨ ਦੀ ਰਿਆਇਤ ਦਿੱਤੀ ਸੀ? ਫਰਕਸੀਅਰ ਨੇ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਰਿਆਇਤ ਦੇ ਦਿੱਤੀ ਸੀਗੀ ਈਸਟ ਇੰਡੀਆ ਕੰਪਨੀ ਨੂੰ। ਕਿਹੜੇ ਕਿਹੜੇ ਇਲਾਕਿਆਂ 'ਚ? ਬੰਗਾਲ, ਬਿਹਾਰ, ਉੜੀਸਾ। ਦੇਖੋ ਕਿੰਨੇ ਕੁਐਸਚਨ ਬਣਦੇ ਨੇ ਇਹਦੇ ਵਿੱਚ। ਕਿਸ ਮੁਗਲ ਬਾਦਸ਼ਾਹ ਨੇ? ਫਰਕਸੀਅਰ ਨੇ। ਕਿਵੇਂ ਦਿੱਤੀ ਸੀ? ਬਿਨਾਂ ਕਰ ਦਿੱਤੇ। ਠੀਕ ਹੈ, ਕਿਹੜੇ ਕਿਹੜੇ ਇਲਾਕੇ 'ਚ? ਬੰਗਾਲ, ਬਿਹਾਰ ਤੇ ਉੜੀਸਾ 'ਚ। ਕਿਸ ਨੂੰ ਦਿੱਤੀ ਸੀ? ਈਸਟ ਇੰਡੀਆ ਕੰਪਨੀ। ਠੀਕ ਹੈ, ਹਰ ਐਂਗਲ ਤੋਂ ਅਸੀਂ ਕੁਐਸਚਨ ਨੂੰ ਜਿਹੜਾ ਹੈਗਾ ਦੇਖਣਾ ਹੈ।
याद करना है, समझना है। डच लोकां ने भारत विच हेठ लिखी बस्तियां विच किहड़ी बस्ती स्थापित कीती सी? बंबई विच। लैपस की नीति किस अंग्रेज अफसर द्वारा अपनाई गई? मोस्ट इंपोर्टेंट क्वेश्चन। लॉर्ड डलहौजी द्वारा। ਇਹ ਵੀ ਤੁਹਾਨੂੰ ਵਿਸਥਾਰ ਨਾਲ ਦੱਸ ਦਈਏ ਬੇਟਾ ਇੱਥੇ, ਜਿਹੜੀ ਲੈਪਸ ਦੀ ਨੀਤੀ ਸੀ ਲਾਰਡ ਡਲਹੌਜੀ ਦੁਆਰਾ ਅਪਣਾਈ ਗਈ ਸੀ। ਜਿਸ ਵੀ ਕਿਸੇ ਰਾਜਾ ਜਾਂ ਰਾਣੀ ਦੀ ਔਲਾਦ ਨਹੀਂ ਹੁੰਦੀ ਸੀ, ਜਿਹੜੀ ਉਹਦੀ ਜੋ ਵੀ ਰਾਜ ਭਾਗ ਹੁੰਦਾ ਸੀ ਉਹਦਾ, ਠੀਕ ਹੈ, ਜਾਇਦਾਦ ਹੁੰਦੀ ਸੀਗੀ, ਉਹ ਤੇ ਅੰਗਰੇਜ਼ੀ ਸਰਕਾਰ ਸੀ ਉਹ ਆਪਦਾ ਹੱਕ ਸਮਝਦੀ ਸੀ। ਕਰਨਾਟਕ ਦਾ ਪਹਿਲਾ ਯੁੱਧ, ਮੋਸਟ ਇੰਪੋਰਟੈਂਟ ਕੁਐਸਚਨ, ਇਹ ਵੀ ਅਸੀਂ ਪ੍ਰੀ ਬੋਰਡ ਦੇ ਵਿੱਚ ਕਰਕੇ ਗਏ ਹਾਂ 1746-48 ਈਸਵੀ ਵਿੱਚ। ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ ਕਿਸ ਨੇ ਸਹਾਇਕ ਸੰਧੀ ਪ੍ਰਣਾਲੀ ਸ਼ੁਰੂ ਕੀਤੀ ਸੀ? ਲਾਰਡ ਬੈਲਜ਼ਲੀ। ਯਾਦ ਰੱਖਣਾ ਬੇਟਾ, ਸਹਾਇਕ ਸੰਧੀ ਲਾਰਡ ਬੈਲਜ਼ਲੀ। ਲੈਪਸ ਦੀ ਨੀਤੀ ਲਾਰਡ ਡਲਹੌਜੀ। ਪਲਾਸੀ ਦੀ ਲੜਾਈ, ਮੋਸਟ ਇੰਪੋਰਟੈਂਟ ਕੁਐਸਚਨ, ਅੱਗੇ ਵੀ ਤੁਸੀਂ ਕੋਈ ਐਗਜ਼ਾਮ ਦੋਗੇ ਟੈਟ ਦਾ, ਕੁਝ ਕੋਈ ਬੈਂਕ ਵਗੈਰਾ ਦਾ, ਮੋਸਟ ਇੰਪੋਰਟੈਂਟ ਕੁਐਸਚਨ ਇਸ ਦੇ ਵਿੱਚੋਂ ਕਾਫੀ ਹੱਦ ਤੱਕ ਕੁਐਸਚਨ ਆਉਂਦੇ ਨੇ। 1757 ਈਸਵੀ ਵਿੱਚ ਹੋਈ ਸੀ ਪਲਾਸੀ ਦੀ ਲੜਾਈ। ਕਿਸ ਐਕਟ ਦੁਆਰਾ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ? ਪੀਟਸ ਇੰਡੀਆ ਐਕਟ 1784। ਉਮੀਦ ਕਰ ਰਹੇ ਹਾਂ ਤੁਹਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝ ਆ ਰਹੇ ਹੋਣਗੇ, ਯਾਦ ਹੋ ਰਹੇ ਹੋਣਗੇ। ਇੰਗਲੈਂਡ ਵਿੱਚ ਨਵੇਂ ਨਿਯੁਕਤ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਕਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ? ਹੈਲਬਰੀ ਕਾਲਜ ਦੇ ਵਿੱਚ। ਮੋਸਟ ਇੰਪੋਰਟੈਂਟ ਕੁਐਸਚਨ। ਸਿਵਲ ਸਰਵਿਸ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਭਾਰਤ ਵਿੱਚ ਪਹੁੰਚਣ ਤੋਂ ਪਹਿਲਾਂ ਹੈਲਬਰੀ ਇੱਕ ਕਾਲਜ ਸੀ ਅੰਗਰੇਜ਼ਾਂ ਦਾ, ਜਿੱਥੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਕੀਤੀ ਜਾਂਦੀ ਸੀ, ਉਹਨਾਂ ਨੂੰ ਪੂਰੇ ਟ੍ਰੇਨਡ ਕਰਕੇ ਫਿਰ ਭਾਰਤ ਵਿੱਚ ਭੇਜਿਆ ਜਾਂਦਾ ਸੀ ਵੀ ਕਿਸ ਤਰ੍ਹਾਂ ਅਸੀਂ ਇੱਥੇ ਰਾਜ ਵਪਾਰ ਕਰਨਾ। ਸੋ ਯਾਦ ਰੱਖਣਾ ਬੇਟਾ, ਹੈਲਬਰੀ ਕਾਲਜ। ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਵਿੱਚ ਸਫਲ ਹੋਇਆ? ਠੀਕ ਹੈ, ਆਪਣੇ ਭਾਰਤ ਦਾ ਕਿਹੜਾ ਪਹਿਲਾ ਭਾਰਤੀ ਸੀ ਜਿਹਨੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ? ਮੋਸਟ ਇੰਪੋਰਟੈਂਟ ਕੁਐਸਚਨ, ਸਤਿੰਦਰਨਾਥ ਟੈਗੋਰ ਜੀ। ਮੌਂਟੈਗਿਊ ਚੈਮਸਫੋਰਡ ਰਿਪੋਰਟ ਵਿੱਚ ਇੰਡੀਅਨ ਸਿਵਲ ਸਰਵਿਸ ਵਿੱਚ ਕਿੰਨੇ ਪ੍ਰਤੀਸ਼ਤ ਭਾਰਤੀਆਂ ਨੂੰ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਗਈ? 33%। ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਕੀਤੀ? 1765 ਈਸਵੀ ਵਿੱਚ। ਲਾਰਡ ਕਾਰਨਵਾਲਿਸ ਨੇ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਕਦੋਂ ਸ਼ੁਰੂ ਕੀਤਾ? ਬਹੁਤ ਮਸ਼ਹੂਰ ਕੁਐਸਚਨ ਹੈ ਇਹ, 1793 ਈਸਵੀ ਵਿੱਚ। ਲਾਰਡ ਵਾਰਨ ਹੈਸਟਿੰਗਸ ਨੇ ਲਗਾਨ ਇਕੱਠਾ ਕਰਨ ਲਈ ਕਿੰਨੇ ਸਾਲਾਂ ਠੇਕੇ ਦਾ ਪ੍ਰਬੰਧ ਕੀਤਾ? 5 ਸਾਲਾਂ ਠੇਕੇ ਦਾ। ਠੀਕ ਹੈ ਜੀ। ਰਿਆਇਤਵਾੜੀ ਪ੍ਰਬੰਧ, ਇਹ ਵੀ ਕੁਐਸਚਨ ਜਿਹੜਾ ਹੈਗਾ ਸੀ ਸਾਡਾ ਪ੍ਰੀ ਬੋਰਡ ਦੇ ਵਿੱਚ ਆਇਆ ਸੀ। ਕਿਸ ਨੇ ਸ਼ੁਰੂ ਕੀਤਾ ਸੀ? ਥਾਮਸ ਮੁਨਰੋ ਨੇ। ਠੀਕ ਹੈ ਜੀ। ਇਹ ਇਲਾਕੇ ਵੀ ਪੁੱਛ ਲੈਂਦੇ ਨੇ, ਮੈਂ ਤੁਹਾਨੂੰ ਉੱਥੇ ਵੀ ਟ੍ਰਿਕਸ ਦੱਸੀ ਸੀ। ਮਾਂ ਮੁਨਰੋ, ਮਾਂ ਮੁੰਬਈ, ਮਦਰਾਸ। ਯਾਦ ਰੱਖਣਾ ਹੈ। ਠੀਕ ਹੈ, ਕਿੱਥੇ ਕਿੱਥੇ ਸ਼ੁਰੂ ਕੀਤਾ ਸੀ? ਦੇਖੋ ਨੈਕਸਟ ਕੁਐਸਚਨ ਇਹੀ ਹੈ। ਰਿਆਇਤਵਾੜੀ ਪ੍ਰਬੰਧ ਨੂੰ ਮਦਰਾਸ ਅਤੇ ਮੁੰਬਈ ਵਿੱਚ ਕਿਸ ਅੰਗਰੇਜ਼ ਅਫਸਰ ਦੁਆਰਾ ਸ਼ੁਰੂ ਕੀਤਾ ਗਿਆ? ਥਾਮਸ ਮੁਨਰੋ ਦੁਆਰਾ। ਉੜੀਸਾ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ? ਗੌੜ ਇਲਾਕੇ। ਗੌੜ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ ਸੀ ਜੀ, ਕਿੱਥੇ? ਉੜੀਸਾ ਵਿੱਚ। ਖਾਸਿਸ ਕਬੀਲੇ ਦਾ ਮੋਢੀ ਕੌਣ ਸੀ? ਮੋਸਟ ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਪੇਪਰ ਚ ਆ ਚੁੱਕਿਆ ਹੈ। ਖਾਸਿਸ ਕਬੀਲੇ ਦਾ ਮੋਢੀ ਤੀਰਥ ਸਿੰਘ ਸੀ। ਸਿੰਧੂ ਅਤੇ ਕਾਹਨੂ ਭਰਾਵਾਂ ਨੇ ਵਿਦਰੋਹ ਵਿੱਚ ਕਿਸ ਕਬੀਲੇ ਦੀ ਅਗਵਾਈ ਕੀਤੀ? ਸੰਥਾਲ। ਛੋਟਾ ਨਾਗਪੁਰ ਇਲਾਕੇ ਵਿੱਚ ਵਿਦਰੋਹ ਕਿਸ ਅਗਵਾਈ ਵਿੱਚ ਕੀਤੀ ਸੀ? ਬਿਰਸਾ ਮੁੰਡਾ। ਛੋਟੇ ਨਾਗਪੁਰ ਚ ਬਿਰਸਾ ਮੁੰਡਾ ਨੇ ਕੀਤੀ ਸੀਗੀ ਵਿਦਰੋਹ ਦੀ ਅਗਵਾਈ। ਛੋਟਾ ਨਾਗਪੁਰ ਐਕਟ ਕਿਹੜੇ ਸਨ ਵਿੱਚ ਪਾਸ ਹੋਇਆ? 1908 ਈਸਵੀ ਵਿੱਚ। ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ, ਪਹਿਲਾਂ ਵੀ ਕਰ ਚੁੱਕੇ ਹਾਂ, ਸਹਿਰਨਪੁਰ ਚ। ਸਹਿਰਨਪੁਰ ਕਿੱਥੇ ਹੈ? ਬੰਗਾਲ ਚ। ਪਟਸਨ ਯਾਦ ਰੱਖਣਾ ਹੈ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਦੋਂ ਅਤੇ ਕਦੇ ਖੋਲਿਆ ਗਿਆ? ਬੰਬਈ ਚ 1853 ਈਸਵੀ ਵਿੱਚ। ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਪਹਿਲਾ ਚਾਹ ਬਾਗ ਕਿੱਥੇ ਲਗਾਇਆ ਗਿਆ? ਅਸਾਮ ਵਿੱਚ। ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਿਹੜਾ ਐਕਟ ਪਾਸ ਕੀਤਾ? ਫੈਕਟਰੀ ਐਕਟ। ਉਦਯੋਗਿਕ ਕ੍ਰਾਂਤੀ ਦੇ ਸਮੇਂ ਇੰਗਲੈਂਡ ਨੂੰ ਸਭ ਤੋਂ ਜ਼ਿਆਦਾ ਕੱਚਾ ਮਾਲ ਕਿਸ ਦੇਸ਼ ਤੋਂ ਮਿਲਦਾ ਸੀ? ਭਾਰਤ ਤੋਂ। ਸਾਨੂੰ ਕਮੈਂਟ ਕਰ ਕਰਕੇ ਦੱਸਦੇ ਰਹੋ ਬੇਟਾ ਸਾਡੀ ਵੀਡੀਓ ਕਿਹੋ ਜਿਹੀ ਲੱਗ ਰਹੀ ਹੈ, ਤਾਂ ਜੋ ਸਾਡੀ ਹੌਸਲਾ ਅਫਜ਼ਾਈ ਬਣੀ ਰਵੇ। ਕਿਸ ਅੰਗਰੇਜ਼ ਅਫਸਰ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ? ਲਾਰਡ ਡਲਹੌਜੀ। ਨੈਕਸਟ ਹੈ, ਕਿਸ ਅੰਗਰੇਜ਼ ਅਫਸਰ ਨੇ ਕਰ ਮੁਕਤ ਜ਼ਮੀਨਾਂ ਉੱਪਰ ਮੁੜ ਕਰ ਲਗਾ ਦਿੱਤੇ ਸੀ? ਲਾਰਡ ਵਿਲੀਅਮ ਬੈਂਟਿਕ ਨੇ। ਦੁਬਾਰਾ ਤੋਂ ਕਰ ਲਗਾ ਦਿੱਤੇ ਸੀ ਜੀ। ਕਿਸ ਰਿਆਸਤ ਨੂੰ ਭੈੜੇ ਸ਼ਾਸਨ ਦੇ ਪ੍ਰਬੰਧ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ? ਅਵਧ ਨੂੰ। ਠੀਕ ਹੈ, ਅੰਗਰੇਜ਼ਾਂ ਨੇ ਦੋਸ਼ ਲਗਾਤੇ ਸੀ ਵੀ ਜਿਹੜਾ ਇੱਥੋਂ ਦਾ ਸ਼ਾਸਨ ਪ੍ਰਬੰਧ ਹੈ ਉਹ ਬਹੁਤ ਭੈੜਾ ਗਾ, ਅਵਧ ਦਾ, ਤੇ ਫਿਰ ਉਹਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ।
1857 ਈਸਵੀ ਦੀ ਕ੍ਰਾਂਤੀ ਦਾ ਤਤਕਾਲੀ ਕਾਰਨ ਕੀ ਸੀ? ਚਰਬੀ ਵਾਲੇ ਕਾਰਤੂਸ। ਕਿਸ ਅੰਗਰੇਜ਼ ਗਵਰਨਰ ਜਨਰਲ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ? ਲਾਰਡ ਵਿਲੀਅਮ ਪੈਟਿਕ ਨੇ। 1857 ਈਸਵੀ ਦਾ ਵਿਦਰੋਹ ਕਿੱਥੇ ਸ਼ੁਰੂ ਹੋਇਆ? ਬੈਰਕਪੁਰ ਚ ਸ਼ੁਰੂ ਹੋਇਆ। 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ, ਮੋਸਟ ਇੰਪੋਰਟੈਂਟ ਕੁਐਸਚਨ, ਮੰਗਲ ਪਾਂਡੇ। ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਸੀਗਾ? ਠੀਕ ਹੈ, ਇਹ ਤੇ ਸਭ ਤੋਂ ਪਹਿਲਾ ਸ਼ਹੀਦ ਕੌਣ ਸੀ? ਮੰਗਲ ਪਾਂਡੇ। ਬਹੁਤ ਮਸ਼ਹੂਰ ਕੁਐਸਚਨ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲय ਕਿੱਥੇ ਸਥਿਤ ਹੈ? ਉੱਤਰ ਪ੍ਰਦੇਸ਼ ਚ। ਕਿਸ ਐਕਟ ਦੁਆਰਾ ਅੰਗਰੇਜ਼ੀ ਸਰਕਾਰ ਨੇ ਹਰ ਸਾਲ ਸਿੱਖਿਆ ਉੱਪਰ 1 ਲੱਖ ਰੁਪਇਆ ਖਰਚ ਕਰਨ ਦੀ ਯੋਜਨਾ ਬਣਾਈ ਸੀ? ਚਾਰਟ ਐਕਟ 1813। ਸਿੱਖਿਆ ਦੇ ਵਿਕਾਸ ਲਈ ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? 1882 ਚ। ਭਾਰਤੀ ਯੂਨੀਵਰਸਿਟੀ ਐਕਟ 1904 ਈਸਵੀ ਵਿੱਚ ਕਿਸ ਦੁਆਰਾ ਪਾਸ ਕੀਤਾ ਗਿਆ? ਲਾਰਡ ਕਰਜ਼ਨ ਦੁਆਰਾ। ਕਿਸ ਸਕੀਮ ਤਹਿਤ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਤੋਂ ਪਹਿਲਾਂ ਨਰਸਰੀ ਸਿੱਖਿਆ ਦੇਣ ਦੀ ਗੱਲ ਕੀਤੀ ਗਈ? ਸਾਰਜੈਂਟ ਸਕੀਮ। ਯਾਦ ਰੱਖਣਾ ਬੇਟਾ, ਠੀਕ ਹੈ। ਭਾਰਤੀ ਯੂਨੀਵਰਸਿਟੀ ਐਕਟ ਲਾਰਡ ਕਰਜ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ, ਪਾਸ ਕੀਤਾ ਗਿਆ ਸੀ 1904 ਚ। ਤੇ ਜਿਹੜੀ ਨਰਸਰੀ ਦੀ ਸਿੱਖਿਆ ਸੀ ਉਹ ਸਾਰਜੈਂਟ ਸਕੀਮ ਨਾਲ ਸੰਬੰਧਿਤ ਸੀ। ਕਿਸ ਭਾਰਤੀ ਸਮਾਜ ਸੁਧਾਰਕ ਦੇ ਯਤਨਾਂ ਸਦਕਾ ਸਤੀ ਪ੍ਰਥਾ ਤੇ ਪਾਬੰਦੀ ਲਗਾ ਦਿੱਤੀ ਗਈ? ਮੋਸਟ ਇੰਪੋਰਟੈਂਟ ਕੁਐਸਚਨ, ਰਾਜਾ ਰਾਮ ਮੋਹਨ ਰਾਏ ਦੁਆਰਾ। 1862 ਈਸਵੀ ਵਿੱਚ ਸਾਇੰਟੀਫਿਕ ਸੁਸਾਇਟੀ ਦੀ ਸਥਾਪਨਾ ਕਿਸਨੇ ਕੀਤੀ? ਸਰ ਸੈਯਦ ਅਹਿਮਦ ਖਾਨ ਨੇ। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਪੰਜਾਬ ਵਿੱਚ ਸਮਾਜ ਸੁਧਾਰ ਲਈ ਕਿਹੜੀ ਲਹਿਰ ਚਲਾਈ ਗਈ? ਨਾਮਧਾਰੀ ਲਹਿਰ। ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ। ਮਹਾਦੇਵ ਗੋਬਿੰਦ ਰਾਨੜੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਨੇ ਮਹਾਰਾਸ਼ਟਰ ਵਿੱਚ ਕਿਸ ਸੰਸਥਾ ਦੀ ਸਥਾਪਨਾ ਕੀਤੀ? ਪ੍ਰਾਰਥਨਾ ਸਮਾਜ। ਅੰਗਰੇਜ਼ੀ ਸਰਕਾਰ ਨੇ ਅੰਤਰਜਾਤੀ ਵਿਆਹ ਕਾਨੂੰਨ ਨੂੰ ਕਦੋਂ ਮਾਨਤਾ ਦਿੱਤੀ? ਇਹ ਵੀ ਕੁਐਸਚਨ ਜਿਹੜਾ ਹੈਗਾ ਸਾਡਾ ਪ੍ਰੀ ਬੋਰਡ ਦੇ ਵਿੱਚ ਆਇਆ ਸੀ ਬੇਟਾ 1872 ਈਸਵੀ ਵਿੱਚ। 1873 ਈਸਵੀ ਵਿੱਚ ਸੱਤਿਆ ਸੋਧਕ ਸਮਾਜ ਦੀ ਸਥਾਪਨਾ ਜੋਤੀਬਾ ਫੁੱਲੇ ਨੇ ਕੀਤੀ ਸੀ। 72 ਚ ਅੰਤਰਜਾਤੀ ਵਿਆਹ, 73 ਚ ਜੋਤੀਬਾ ਫੁੱਲੇ ਨੇ ਸੱਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ। ਆਂਧਰਾ ਪ੍ਰਦੇਸ਼ ਰਾਜ ਦੇ ਸਮਾਜ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ, ਵੀਰ ਸਲੰਗਮ ਨੂੰ। ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਿਫਾਰਿਸ਼ ਕਿਸ ਦੁਆਰਾ ਕੀਤੀ ਗਈ? ਮਹਾਤਮਾ ਗਾਂਧੀ ਦੁਆਰਾ। ਪਲਾਸੀ ਅਤੇ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਕਿਸ ਰਾਜਧਾਨੀ ਦੀ ਮਹੱਤਤਾ ਵੱਧ ਗਈ? ਕਲਕੱਤਾ ਦੀ। ਈਸਟ ਇੰਡੀਆ ਕੰਪਨੀ ਦੇ ਮਦਰਾਸ ਕੇਂਦਰ ਦੀ ਸਥਾਪਨਾ 1639 ਈਸਵੀ ਵਿੱਚ ਕਿਸ ਦੁਆਰਾ ਕੀਤੀ ਗਈ? ਫਰਾਂਸਿਸ ਡੇ। ਕਿਹੜਾ ਨਗਰ ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿੱਚ ਇੰਗਲੈਂਡ ਨੂੰ ਦਿੱਤਾ ਸੀ? ਮੋਸਟ ਇੰਪੋਰਟੈਂਟ ਕੁਐਸਚਨ, ਮੁੰਬਈ। ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿੱਚ ਇੰਗਲੈਂਡ ਨੂੰ ਦਿੱਤਾ ਸੀ ਬੰਬਈ। ਜੇ ਧਿਆਨ ਨਾਲ ਸੁਣੋਗੇ ਬੇਟਾ ਤੁਹਾਨੂੰ ਹੁਣ ਹੀ ਯਾਦ ਹੋ ਜਾਣਗੇ, ਨਹੀਂ ਦੂਰੀ ਵਾਰ ਵੀਡੀਓ ਨੂੰ ਸੁਣੋ। ਬੜੀ ਮਿਹਨਤ ਦੇ ਨਾਲ ਤੁਹਾਨੂੰ ਅਸੀਂ ਤਿਆਰੀ ਕਰਵਾ ਰਹੇ ਹਾਂ। 1911 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? ਦਿੱਲੀ ਨੂੰ। ਗੋਦਾਨ ਅਤੇ ਰੰਗ ਭੂਮੀ ਨਾਂ ਦੀਆਂ ਪ੍ਰਸਿੱਧ ਰਚਨਾਵਾਂ ਮੋਸਟ ਇੰਪੋਰਟੈਂਟ ਮੁਨਸ਼ੀ ਪ੍ਰੇਮਚੰਦ ਦੀਆਂ ਨੇ। ਛੋਟੇ ਹੁੰਦੇ ਇਹ ਤੇ ਸੀਰੀਅਲ ਵੀ ਆਉਂਦੇ ਹੁੰਦੇ ਸੀ, ਗੋਦਾਨ ਤੇ ਮੁਨਸ਼ੀ ਪ੍ਰੇਮਚੰਦ ਦੀਆਂ ਬਹੁਤ ਸੋਹਣੀਆਂ ਰਚਨਾਵਾਂ ਨੇ, ਕਹਾਣੀਆਂ ਨੇ ਇਹ ਜੀ। ਮੌਕਾ ਮਿਲੇ ਤਾਂ ਇਹਨਾਂ ਨੂੰ ਜ਼ਰੂਰ ਪੜ੍ਹਨਾ ਕਦੇ। ਭਾਰਤ ਦਾ ਰਾਸ਼ਟਰੀ ਗੀਤ ਬਿਕਰਮ ਚੰਦਰ ਚੈਟਰਜੀ ਦੇ ਕਿਸ ਨਾਵਲ ਦਾ ਹਿੱਸਾ ਹੈ? ਆਨੰਦ ਮੱਠ। ਜਿਹੜਾ ਆਨੰਦ ਮੱਠ ਨਾਵਲ ਸੀਗਾ ਉਹਦੇ ਵਿੱਚੋਂ ਲਿਆ ਗਿਆ ਬੇਟਾ ਰਾਸ਼ਟਰੀ ਗੀਤ, ਠੀਕ ਹੈ ਜੀ। ਨੈਕਸਟ ਹੈ ਬਾਲ ਗੰਗਾਧਰ ਤਿਲਕ ਦੁਆਰਾ ਕਿਹੜਾ ਪ੍ਰਸਿੱਧ ਸਮਾਚਾਰ ਪੱਤਰ ਛਾਪਿਆ ਗਿਆ? ਕੇਸਰੀ। ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ ਜਨਰਲ ਨੇ ਕੀਤੀ? 1905 ਈਸਵੀ ਵਿੱਚ ਲਾਰਡ ਕਰਜ਼ਨ ਨੇ ਕੀਤੀ। ਹੇਠ ਲਿਖਿਆ ਵਿੱਚ ਕਿਹੜੇ ਉਦਾਰਵਾਦੀ ਨੇਤਾ ਸਨ? ਉਪਰੋਕਤ ਦੋਵੇਂ। ਹਾਂਜੀ, ਉਪਰੋਕਤ ਦੋਵੇਂ ਕੌਣ ਕੌਣ? ਦਾਦਾ ਭਾਈ ਨਾਰੋਜੀ, ਸੁਰਿੰਦਰ ਨਾਥ ਬੈਨਰਜੀ। ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਦੋਂ ਹੋਈ? ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਪਹਿਲੀ ਮੀਟਿੰਗ ਸੀ ਬੇਟਾ 29 ਤੋਂ 30 ਦਸੰਬਰ 1885 ਈਸਵੀ ਵਿੱਚ ਹੋਈ ਸੀ। ਅਸੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਹਾਂ, ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਹੁੰਦੇ ਹਾਂ। ਇਹ ਸ਼ਬਦ ਕਿਸ ਦੁਆਰਾ ਕਹੇ ਗਏ ਸਨ? ਬਿਪਨ ਚੰਦਰ ਪਾਲ। ਗਦਰ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ? 1913 ਈਸਵੀ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ਸੀ? 28 ਦਸੰਬਰ 1885 ਈਸਵੀ ਨੂੰ ਬੰਬਈ ਵਿੱਚ ਹੋਈ ਸੀ। ਤੁਹਾਨੂੰ ਇਹ ਵੀ ਦੱਸ ਦਈਏ ਬੇਟਾ ਕਿਸਨੇ ਕੀਤੀ ਸੀ? ਅੰਗਰੇਜ਼ ਅਧਿਕਾਰੀ ਏਓ ਹਿਊਮ ਨੇ। ਦਿੱਲੀ ਚਲੋ ਦਾ ਨਾਰਾ ਕਿਸ ਵੱਲੋਂ ਦਿੱਤਾ ਗਿਆ ਸੀ? ਦਿੱਲੀ ਚਲੋ ਦਾ ਨਾਰਾ ਸੀ ਜਿਹੜਾ ਸੁਭਾਸ਼ ਚੰਦਰ ਬੋਸ ਦੁਆਰਾ ਦਿੱਤਾ ਗਿਆ ਸੀ।
ਸੁਭਾਸ਼ ਚੰਦਰ ਬੋਸ ਜੀ ਆਜ਼ਾਦ ਹਿੰਦ ਫੌਜ ਨਾਲ ਵੀ ਸੰਬੰਧ ਰੱਖਦੇ ਸੀ। ਨਾ ਪੀਲ, ਨਾ ਵਕੀਲ, ਨਾ ਦਲੀਲ, ਇਹ ਸ਼ਬਦ ਕਿਸਨੇ ਕਹੇ? ਪੰਡਿਤ ਮੋਤੀ ਲਾਲ ਨਹਿਰੂ। ਖਿਲਾਫਤ ਅੰਦੋਲਨ ਦੀ ਅਗਵਾਈ ਕਿਹਨਾਂ ਦੁਆਰਾ ਕੀਤੀ ਗਈ? ਉਪਰੋਕਤ ਸਾਰੇ। ਖਿਲਾਫਤ ਅੰਦੋਲਨ ਦਾ ਸੰਬੰਧ ਇੱਕ ਮੁਸਲਿਮ ਅੰਦੋਲਨ ਸੀ। ਇਹਦੇ ਵਿੱਚ ਸ਼ੌਕਤ ਅਲੀ, ਮੁਹੰਮਦ ਅਲੀ, ਅਬੁਲ ਕਲਾਮ ਆਜ਼ਾਦ, ਇਹਨਾਂ ਨੇ ਜੱਜ ਕੇ ਦੀ ਅਗਵਾਈ ਕੀਤੀ ਸੀ ਇਸ ਅੰਦੋਲਨ ਦੀ। ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਨਾ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ? 1920 ਈਸਵੀ ਵਿੱਚ। ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਕਿੱਥੇ ਮੁਲਤਵੀ ਕੀਤਾ? ਚੋਰੀ ਚੋਰਾ, ਇੱਕ ਪਿੰਡ ਸੀ, ਉੱਥੇ ਘਟਨਾ ਵਾਪਰ ਗਈ ਸੀ, ਇਸ ਲਈ ਉਹਨਾਂ ਨੇ ਨਾ ਮਿਲਵਰਤਨ ਅੰਦੋਲਨ ਜਿਹੜਾ ਮੁਲਤਵੀ ਕਰ ਦਿੱਤਾ ਸੀ। ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਸੀ? 1942 ਚ। ਮੋਸਟ ਇੰਪੋਰਟੈਂਟ ਕੁਐਸਚਨ। ਠੀਕ ਹੈ ਜੀ। ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ ਲਾਗੂ ਹੋਇਆ। ਬਣ ਕੇ ਕਦੋਂ ਤਿਆਰ ਹੋ ਗਿਆ ਸੀ? 26 ਨਵੰਬਰ 1949 ਚ। 2 ਮਹੀਨੇ ਕਿਉਂ ਲੇਟ ਕੀਤਾ ਗਿਆ ਸੀ? ਕਿਉਂਕਿ ਅਸੀਂ ਨੇ 26 ਜਨਵਰੀ ਨੂੰ ਭਾਰਤ ਵਿੱਚ ਪਹਿਲਾ ਆਜ਼ਾਦੀ ਦਿਹਾੜਾ ਮਨਾਇਆ ਸੀ। ਉਸ ਆਜ਼ਾਦੀ ਦਿਹਾੜੇ ਨੂੰ ਯਾਦ ਰੱਖਣ ਦੇ ਲਈ ਰਾਵੀ ਦਰਿਆ ਦੇ ਕੰਢੇ ਮਨਾਇਆ ਸੀ ਜੀ। ਉਸ ਆਜ਼ਾਦੀ ਦਿਹਾੜੇ ਨੂੰ ਯਾਦ ਰੱਖਣ ਦੇ ਲਈ ਜਿਹੜਾ ਸਾਡਾ ਸੰਵਿਧਾਨ ਸੀ ਉਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ, 2 ਮਹੀਨੇ ਲੇਟ। ਬਣਨਾ ਕਦੋਂ ਸਟਾਰਟ ਹੋ ਗਿਆ ਸੀ? ਇਹਦੀ ਪਹਿਲੀ ਮੀਟਿੰਗ, ਮੋਸਟ ਇੰਪੋਰਟੈਂਟ ਕੁਐਸਚਨ ਇਹ ਵੀ ਅਸੀਂ ਕਰਾਂਗੇ। ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਮੈਂਬਰ ਕੌਣ ਸਨ? ਡਾਕਟਰ BR ਅੰਬੇਡਕਰ। ਹੇਠ ਲਿਖਿਆਂ ਵਿੱਚੋਂ ਭਾਰਤ 'ਚ ਕੌਣ ਸਰਵਉੱਚ ਹੈ? ਨਿਆਂਪਾਲਿਕਾ। ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ, ਇਹ ਵੀ ਕੁਐਸਚਨ ਜਿਹੜਾ ਹੈਗਾ ਸਾਡਾ ਪ੍ਰੀ ਬੋਰਡ ਦੇ ਵਿੱਚ ਆਇਆ ਸੀ ਬੇਟਾ। 7 ਮੈਂਬਰ ਨੇ। ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ? ਤੀਸਰਾ ਭਾਗ। ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹਨ? ਭਾਰਤੀ ਸੰਵਿਧਾਨ 'ਚ। ਸੰਵਿਧਾਨ ਦੇ ਕਿਹੜੇ ਅਨੁਛੇਦ 'ਚ ਭਾਰਤੀ ਨਾਗਰਿਕ ਨੂੰ 6 ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ? ਅਨੁਛੇਦ 19 'ਚ। ਠੀਕ ਹੈ ਜੀ। ਇੱਕ ਅਧਿਕਾਰਾਂ ਤੇ ਕੁਐਸਚਨ ਪੱਕਾ ਆਵੇਗਾ। 14 ਤੋਂ ਜਿਹੜੇ ਹੈਗੇ ਨੇਗੇ ਦਰਜ ਕਿੱਥੋਂ ਹੋਏ ਨੇ ਸ਼ੁਰੂ? 14 ਤੋਂ। ਪਹਿਲਾ ਸਮਾਨਤਾ ਦਾ, ਫਿਰ ਸੁਤੰਤਰਤਾ ਦਾ, ਸਾਰੇ ਅਨੁਛੇਦ ਅਸੀਂ ਕਰਾਂਗੇ ਬੇਟਾ। ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ? 8ਵੀਂ ਜਮਾਤ ਤੱਕ। ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ ਹੈ? ਸ਼ੋਸ਼ਣ ਵਿਰੁੱਧ ਅਧਿਕਾਰ ਅਧੀਨ। ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ? 1 ਅਪ੍ਰੈਲ 2010 ਤੋਂ। ਸਿੱਖਿਆ ਦਾ ਅਧਿਕਾਰ ਸੰਵਿਧਾਨ 'ਚ ਕਿਸ ਧਾਰਾ ਅਧੀਨ ਦਰਜ ਹੈ? ਧਾਰਾ 21A। ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? 12। ਇਹ ਕੁਐਸਚਨ ਸਾਡਾ ਪ੍ਰੀ ਬੋਰਡ 'ਚ ਆਇਆ ਸੀ ਬੇਟਾ, 12। ਤੇ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਨੇ ਪੰਜਾਬ 'ਚੋਂ? 7। ਤੇ ਲੋਕ ਸਭਾ 'ਚੋਂ 13। ਇਹ ਅਸੀਂ ਯਾਦ ਰੱਖਣੇ ਆ। ਪੰਜਾਬ 'ਚੋਂ ਰਾਜ ਸਭਾ ਲਈ 7 ਮੈਂਬਰ, ਲੋਕ ਸਭਾ ਦੇ 13 ਮੈਂਬਰ। ਜੇ ਵਿਧਾਨ ਸਭਾ ਦੇ ਆ ਜਾਣ ਤਾਂ 117 ਮੈਂਬਰ। ਸੰਸਦ ਦੇ ਦੋਨਾਂ ਸਦਨਾਂ 'ਚ ਹੋਏ ਮਤਭੇਦ ਨੂੰ ਦੂਰ ਕੌਣ ਕਰਦਾ ਹੈ? ਰਾਸ਼ਟਰਪਤੀ। ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹੋਏ ਹਨ? 136। ਮੋਸਟ ਇੰਪੋਰਟੈਂਟ। ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਗਿਆ? ਰਾਜ ਪੱਧਰ ਤੇ। ਜਨਹਿਤ ਮੁਕੱਦਮਾ ਕਦੋਂ ਦਰਜ ਹੋ ਸਕਦਾ ਹੈ? ਜਨਤਕ ਹਿੱਤਾਂ ਦੀ ਰਾਖੀ ਲਈ। ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ, ਇਹ ਸ਼ਬਦ ਕਿਸਨੇ ਕਹੇ? ਮੋਸਟ ਇੰਪੋਰਟੈਂਟ, ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਨੇ। ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ 'ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ? ਸਮਾਨਤਾ ਦਾ ਅਧਿਕਾਰ। ਪੜ੍ਹੋ ਸਾਰੇ, ਵਧੋ ਸਾਰੇ ਕਿਸਦਾ ਮੋਟੋ ਲੋਗੋ ਹੈ? ਸਰਵ ਸਿੱਖਿਆ ਅਭਿਆਨ ਦਾ। ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਕਿਹਨਾਂ ਲਈ ਲਾਗੂ ਹੈ? ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ। ਠੀਕ ਹੈ ਜੀ। ਇਹਨਾਂ ਲਈ ਕੀ ਹੈ? ਰਾਖਵਾਂਕਰਨ ਹੈ ਸਰਕਾਰੀ ਨੌਕਰੀਆਂ 'ਚ। ਨੈਕਸਟ ਹੈ ATM ਦਾ ਪੂਰਾ ਨਾਮ? ਆਟੋਮੈਟਿਡ ਟੇਲਰ ਮਸ਼ੀਨ। ਪਹਿਲਾ ਆਏਗਾ। ATM ਕਾਰਡ ਹੋਣ ਦੇ ਕੀ ਫਾਇਦੇ ਨੇ? ਸਮਾਂ ਬਚਦਾ ਹੈ, ਕਾਗਜ਼ੀ ਕਾਰਵਾਈ ਵੀ ਘੱਟਦੀ ਹੈ, ਕਿਸੇ ਵੀ ਸਮੇਂ ਪੈਸੇ ਕਢਵਾਏ ਜਾ ਸਕਦੇ ਹਨ, ਖਾਤੇ ਵਿੱਚ ਬਚੇ ਪੈਸੇ ਆਦਿ ਪਤਾ ਕਰਨਾ ਸੌਖਾ ਹੁੰਦਾ। ਇਹ ਸਾਰੇ ਹੀ ਸਾਡੇ ATM ਦੇ ਕੀ ਨੇ? ਫਾਇਦੇ ਨੇ ਜੀ। ATM ਕਾਰਡ ਨਾਲ ਕੀ ਹੋ ਸਕਦਾ ਹੈ? ਨਕਦ ਪੈਸੇ ਕਢਾਉਣੇ, ਖਾਤੇ 'ਚ ਬਕਾਇਆ ਚੈੱਕ ਕਰਨਾ, ਬਿੱਲ ਦਾ ਭੁਗਤਾਨ ਕਰਨਾ, ਫੰਡਾਂ ਦਾ ਤਬਾਦਲਾ, ਉਪਰੋਕਤ ਸਾਰੇ। ਹਾਂਜੀ ਬੇਟਾ, ਇਹ ਹੋ ਗਏ ਸਾਡੇ 1-1 ਅੰਕਾਂ ਵਾਲੇ ਪ੍ਰਸ਼ਨ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਧੰਨਵਾਦ। ਬਹੁਤ ਹੀ ਜਲਦੀ ਦੂਜਾ ਭਾਗ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਅੱਗੇ। ਉਮੀਦ ਕਰਦੇ ਹਾਂ ਤੁਸੀਂ ਇਹਨਾਂ ਕੁਐਸਚਨਾਂ ਨੂੰ ਉਹਨਾਂ ਟਾਈਮ ਬਹੁਤ ਚੰਗੀ ਤਰ੍ਹਾਂ
ਸੁਣੋਗੇ, ਸਮਝੋਗੇ ਤੇ ਯਾਦ ਕਰੋਗੇ।